ਜਿਹੜੇ ਕਾਨੂੰਨ ਨੇ ਉਹਨਾਂ ਦੇ ਫਾਇਦੇ ਦੇ ਵਿੱਚ ਨੇ। ਜਿੱਥੇ ਉਹਨਾਂ ਨੂੰ ਕਮੀ ਲੱਗਦੀ ਹੈ, ਜਿੱਥੇ ਉਹਨਾਂ ਨੂੰ ਖਰਾਬੀ ਲੱਗਦੀ ਹੈ, ਉਹ ਸਾਨੂੰ ਦੱਸ ਸਕਦੇ ਨੇ, ਪਰ ਉਹ ਸਾਨੂੰ ਸਮਝਾ ਹੀ ਨਹੀਂ ਪਾ ਰਹੇ ਤੇ ਉਹ ਸਾਨੂੰ ਨਹੀਂ ਸਮਝ ਪਾ ਰਹੇ। ਮੈਡਮ ਵੇਖੋ ਜੀ, ਜ਼ਹਿਰ ਤੇ ਜ਼ਹਿਰ ਹੀ ਹੁੰਦਾ। ਉਹ ਭਾਵੇਂ 1 ਕਿਲੋ ਹੋਵੇ ਤੇ ਭਾਵੇਂ 5 ਗ੍ਰਾਮ ਜਾਂ 50 ਗ੍ਰਾਮ ਹੋਵੇ। ਉਹ ਜੇ ਕਾਲੇ ਕਾਨੂੰਨ ਜਦੋਂ ਕਹਿੰਦੇ ਆ ਕਿ ਇਹਦੇ ਵਿੱਚ ਜੋ ਹੈਗਾ ਵਾ ਸੋਧ ਅਸੀਂ ਕਰ ਦਿੰਦੇ ਆ, ਤੇ ਜੇ ਉਹਦੇ ਵਿੱਚ ਕੁਝ ਖਰਾਬੀ ਆ ਤੇ ਉਹ ਕਹਿੰਦੇ ਸੋਧ ਕਰ ਦਿੰਦੇ ਆ। ਜੇ ਉਹ ਸਹੀ ਹੋਣ, ਜੇ ਕਿਸਾਨਾਂ ਦੇ ਪੱਖ ਦੇ ਵਿੱਚ ਹੋਣ, ਲੋਕਾਂ ਦੇ ਪੱਖ ਦੇ ਵਿੱਚ ਹੋਣ, ਤੇ ਫਿਰ ਉਹਦੇ 'ਚ ਸੋਧ ਕੀਤੀ ਜਾਂਦੀ ਆ। ਜਦੋਂ ਉਹ ਲੋਕਾਂ ਦੇ ਪੱਖ ਦੇ ਵਿੱਚ ਹੀ ਨਹੀਂ ਆ, ਉਹ ਲੋਕਾਂ ਦੀ ਰੋਟੀ ਖੋਹਣ ਦੇ ਵਿੱਚ ਆ, ਤੇ ਫਿਰ ਉਹ ਕਾਨੂੰਨ ਤੇ ਕਾਲੇ ਹੀ ਆ, ਫਿਰ ਉਹ ਸਹੀ ਤੇ ਹੋ ਨਹੀਂ ਸਕਦੇ ਜੀ। ਆਏ 6 ਮਹੀਨੇ ਬਾਅਦ ਜਿਹੜੀ ਫਸਲ ਆ ਜਦੋਂ ਪੱਕਦੀ ਆ ਤਾਂ ਮੰਡੀ ਦੇ ਵਿੱਚ ਜਿਹੜੀ ਆ ਸੁੱਟੀ ਜਾਂਦੀ ਆ ਵੇਚਣ ਦੇ ਲਈ। ਔਰ ਇਸ ਵਾਰ ਕੀ ਫਰਕ ਵੇਖਣ ਨੂੰ ਮਿਲਿਆ? ਹਾਲਾਂਕਿ ਸਭ ਨੂੰ ਪਤਾ ਹੈ ਕਿ ਕਿਸਾਨ ਕਿਸ ਤਰੀਕੇ ਦੇ ਨਾਲ ਮੰਡੀਆਂ ਦੇ ਵਿੱਚ ਜਦੋਂ ਫਸਲ ਸੁੱਟਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਨਿਰਵਾਹ ਉਸਦਾ ਉਹਨਾਂ ਦਿਨਾਂ ਦੇ ਦਰਮਿਆਨ ਹੁੰਦਾ ਹੈ, ਪਰ ਇਸ ਵਾਰ ਜੋ ਕਣਕ ਦੀ ਫਸਲ ਮੰਡੀ ਦੇ ਵਿੱਚ ਸੁੱਟੀ ਗਈ ਆ, ਕੀ ਪ੍ਰਭਾਵ ਵੇਖਣ ਨੂੰ ਮਿਲਿਆ? ਕੀ ਖੇਤੀ ਕਾਨੂੰਨਾਂ ਦਾ ਕੁਝ ਪ੍ਰਭਾਵ ਵੇਖਣ ਨੂੰ ਮਿਲਿਆ ਜਾਂ ਹਾਲਾਤ ਪਹਿਲਾਂ ਵਰਗੀ ਸੀ ਜਾਂ ਬਦ ਤੋਂ ਬੱਤਰ ਸੀ? ਮੈਡਮ ਦਿਨੋਂ ਦਿਨ ਜਿਹੜੇ ਹਾਲਾਤ ਜਿਹੜੇ ਆ ਉਹ ਵੱਧ ਤੋਂ ਬਦਤਰ ਵਾਲੇ ਬੰਨੇ ਨੂੰ ਤੁਰ ਰਹੇ ਆ। ਇਹ ਜਿਹੜੇ ਕਾਨੂੰਨ ਆ ਇਹਨਾਂ ਨੇ ਲਾਗੂ ਕਰਨ ਦਾ ਕਰਕੇ ਸ਼ਾਇਦ ਕਿਸਾਨਾਂ ਨੂੰ ਕੋਈ ਨਾ ਕੋਈ ਲਾਲਚ ਦੇਣਗੇ ਕਿ ਕਿਸਾਨ ਜਿਹੜੇ ਆ ਉਹ ਮੰਡੀ ਦੇ ਨਾਲੋਂ ਟੁੱਟਣ। ਜੇ ਕਿਸਾਨ ਮੰਡੀ ਨਾਲੋਂ ਟੁੱਟਦਾ ਵਾ ਤੇ ਜਦੋਂ ਕਿਸਾਨ ਮੰਡੀ ਨਾਲੋਂ ਟੁੱਟੂਗਾ ਤੇ ਉਹ ਬਲਕਿ ਪ੍ਰਾਈਵੇਟ ਨੂੰ ਲਾਲਚ ਦੇ ਕੇ ਵੱਧ ਦੇਣਗੇ, ਵੱਧ ਦੇ ਕੇ ਉਹਨੂੰ ਮੰਡੀ ਨਾਲੋਂ ਤੋੜ ਕੇ ਆਪਣੇ ਵੱਲੇ ਖਿੱਚਣਗੇ। ਤੇ ਜਿੱਦਣ ਕਿਸਾਨ ਮੰਡੀ ਨਾਲੋਂ ਟੁੱਟ ਗਿਆ ਤੇ ਮੰਡੀ ਟੁੱਟ ਗਈ, ਉਸ ਦਿਨ ਇਹ ਲੋਕ ਆਪਣੀ ਮਨਮਰਜ਼ੀ ਕਰਨਗੇ। ਇਹ ਜਿਹੜੀ ਰੋਟੀ ਆ, ਹਰ ਇੱਕ ਗਰੀਬ ਆਦਮੀ ਜਾਂ ਕੋਈ ਮਾੜੇ ਤੋਂ ਮਾੜਾ ਵੀ ਬੰਦਾ ਜਿਹੜਾ ਉਹ ਰੋਟੀ ਸੁੱਖ ਦੀ ਖਾ ਲੇ। ਤੇ ਆਪ ਕਿਸਾਨ ਜਿਹੜਾ ਉਹ ਭਾਵੇਂ ਕਰਜ਼ਾਈ ਹੋ ਜਾਏ, ਜੋ ਮਰਜ਼ੀ ਹੋਵੇ, ਪਰ ਉਹ ਲੋਕਾਂ ਨੂੰ, ਦੇਸ਼ ਨੂੰ ਪਾਲਣ ਵਾਸਤੇ ਉਹ ਰਾਤ ਦਿਨ ਮਿਹਨਤ ਕਰਦਾ ਵਾ, ਸੱਪਾਂ ਦੀਆਂ ਸਰੀਆਂ ਮਿੱਧਦਾ ਵਾ, ਦਵਾਈਆਂ ਚੜ੍ਹਦੀਆਂ ਵਾ, ਸੱਪ ਲੜਦੇ, ਉਹਨਾਂ ਨੂੰ ਬਿਜਲੀ ਹਰ ਇੱਕ ਤਰੀਕਿਆਂ ਦੀਆਂ ਮੁਸ਼ਕਲਾਂ ਝੱਲ ਕੇ ਦੇਸ਼ ਦੇ ਲੋਕਾਂ ਨੂੰ ਰੋਟੀ ਖਵਾਉਂਦਾ ਵਾ। ਤੇ ਇਹ ਜਿਹੜੇ ਲੋਕ ਆ, ਇਹ ਜਿਹੜੇ ਬੈਠੇ ਆ, ਉਹ ਜਦੋਂ ਕਿਸਾਨਾਂ ਦੇ ਵਿਰੁੱਧ ਬੋਲਦੇ ਆ ਤੇ ਫਿਰ ਲੋਕਾਂ ਦਾ ਜਿਹੜਾ ਗੁੱਸਾ ਵਾ, ਥੱਲਿਓਂ ਲੋਕਾਂ ਦਾ ਗੁੱਸਾ ਫੁੱਟਦਾ ਇਹਨਾਂ ਵਾਸਤੇ। ਕਿਸਾਨਾਂ ਦਾ ਤੇ ਕੀ ਫੁੱਟਣਾ, ਲੋਕਾਂ ਦਾ ਗੁੱਸਾ ਇਹਨਾਂ ਦੇ ਵਿਰੁੱਧ ਫੁੱਟਦਾ ਵਾ। ਉਹ ਲੋਕ ਇਹਨਾਂ ਨੂੰ ਮਾੜਾ ਮੋਟਾ ਜਿਹੜਾ ਜੋ ਇਹਨਾਂ ਦਾ ਵਿਰੋਧ ਕਰਦੇ ਆ, ਉਹ ਲੋਕ ਕਰਦੇ ਆ ਜੀ। ਨੁਕਸਾਨ ਲੱਗਦਾ ਹੈ ਤੁਹਾਨੂੰ ਜੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਖੇਤੀ ਆਉਂਦੀ ਆ ਤਾਂ ਕੀ ਵੱਡਾ ਨੁਕਸਾਨ ਜਿਹੜਾ ਹੈ ਖੇਤੀ ਸੈਕਟਰ ਨੂੰ, ਖਾਸ ਤੌਰ ਤੇ ਪੰਜਾਬ ਦੇ ਕਿਸਾਨਾਂ ਨੂੰ ਹੋ ਸਕਦਾ ਹੈ? ਮੈਡਮ ਪੰਜਾਬ ਦੇ ਕਿਸਾਨਾਂ ਨੂੰ ਤੇ ਨੁਕਸਾਨ ਹੋਏਗਾ ਹੀ ਹੋਊਗਾ, ਕਿਉਂਕਿ ਉਹ ਜ਼ਮੀਨਾਂ ਦੇ ਉੱਤੋਂ ਬਾਹਰ ਹੋਣਗੇ। ਉਹ ਜ਼ਮੀਨਾਂ ਦੇ ਉੱਤੋਂ ਬਾਹਰ ਹੋਣ ਦੇ ਨਾਲ ਜਿਹੜੇ ਮੈਂ ਅੱਗੇ ਵੀ ਗੱਲ ਕਰ ਚੁੱਕਾ ਕਿ ਲੋਕਾਂ ਦੀ ਰੋਟੀ ਦੇ ਉੱਤੇ ਇਹ ਲੋਕ ਕਾਰਪੋਰੇਟ ਘਰਾਣੇ ਲੋਕਾਂ ਦੀ ਰੋਟੀ ਦੇ ਉੱਤੇ ਕਬਜ਼ਾ ਕਰ ਲੈਣਗੇ। ਕਿਉਂਕਿ ਜਦੋਂ ਲੋਕਾਂ ਦੀ ਰੋਟੀ ਤੇ ਕਬਜ਼ਾ, ਲੋਕਾਂ ਨੂੰ ਰੋਟੀ ਖਾਣੀ ਜਿਹੜੀ ਆ ਉਹ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਜੂਗੀ। ਤੇ ਜਿਹੜਾ ਉਹ ਗੁਲਾਮੀ ਦਾ ਦੌਰ, ਜਿਹੜੀ ਗੁਲਾਮੀ ਆਪਾਂ ਇੱਥੋਂ ਕੱਢੀ ਆ 1947 ਦੇ ਵਿੱਚ ਸਾਡੇ ਦੇਸ਼ ਦੇ ਲੋਕਾਂ ਨੇ ਉਹਨੂੰ ਗੋਰਿਆਂ ਨੂੰ ਕੱਢਿਆ ਵਾ, ਉਹ ਗੁਲਾਮੀ ਦੇ ਉੱਤੇ, ਰਾਹ ਦੇ ਉੱਤੇ ਸਾਨੂੰ ਇਹ ਪਾਉਣ ਦਾ ਕਰਕੇ ਜਿਹੜਾ ਇਹ ਲਗਾਤਾਰ ਉਸੇ ਤਰੀਕੇ ਦੀਆਂ ਚਾਲਾਂ ਚੱਲ ਰਿਹਾ ਹੈ ਜੀ। ਸਰ, ਦਿੱਲੀ ਦਰਬਾਰ ਦੀ ਪੰਜਾਬ ਦੇ ਨਾਲ ਹਮੇਸ਼ਾ ਜਿਹੜੀ ਆ ਲੱਗਦੀ ਰਹੀ ਆ। ਜੇ ਇਹ ਕਹਿ ਦਈਏ ਕਿ ਹਮੇਸ਼ਾ ਵੈਰ ਹੀ ਰਿਹਾ ਦਿੱਲੀ ਦਰਬਾਰ ਦਾ ਪੰਜਾਬ ਦੇ ਨਾਲ, ਔਰ ਪੰਜਾਬੀਆਂ ਨੇ ਹੀ ਹਮੇਸ਼ਾ ਦਿੱਲੀ ਦਰਬਾਰ ਨੂੰ ਜਿਹੜੀ ਨਸੀਹਤ ਆ ਉਹ ਦਿੱਤੀ ਆ, ਹਮੇਸ਼ਾ ਸਬਕ ਸਿਖਾਇਆ ਹੈ। ਕੀ ਕਹਿਣਾ ਚਾਹੋਗੇ, ਕਿਉਂ ਦਿੱਲੀ ਦਰਬਾਰ ਦੀ ਪੰਜਾਬ ਦੇ ਨਾਲ ਹਮੇਸ਼ਾ ਲੱਗਦੀ ਰਹੀ ਹੈ? ਵੇਖੋ ਜੀ, ਜੇ ਪੁਰਾਣੀ ਗੱਲ ਕਰੀਏ ਤੇ ਮੁਗਲਾਂ ਦੇ ਟਾਈਮ ਦੇ ਉੱਤੇ ਜਿਹੜੀ ਉਹ ਹਮੇਸ਼ਾ ਹਕੂਮਤ ਜਿਹੜੇ ਮਿਹਨਤ ਕਰਨ ਵਾਲੇ, ਜਿੱਥੇ ਜ਼ਿਆਦਾ ਲੋਕ ਜਿੱਥੋਂ ਦੇ ਜ਼ਿਆਦਾ ਮਿਹਨਤਕਸ਼ ਲੋਕ ਸੀ, ਜਿੱਥੇ ਜ਼ਿਆਦਾ ਉੱਥੇ ਉਹਨਾਂ ਦਾ ਭਰਮਾਰ ਸੀ ਅੰਨ ਦਾ ਜਾਂ ਹੋਰ ਵੀ ਕੋਈ ਜਿਹੜੇ ਵੱਡੇ ਵਸੀਲੇ ਸੀ, ਉਹਨਾਂ ਨੂੰ ਹਾਸਲ ਕਰਨ ਦਾ ਕਰਕੇ ਇਹ ਜਿਹੜੇ ਸੀ ਇਹ ਉਹਨਾਂ ਦੇ ਉੱਤੇ ਜ਼ਬਰ ਜ਼ੁਲਮ ਕਰਦੇ ਸੀ, ਉਹਨਾਂ ਦੇ ਉੱਤੇ ਟੈਕਸ ਲਾਉਂਦੇ ਸੀ, ਜਾਂ ਇੱਦਾਂ ਦੀਆਂ ਜਿਹੜੀਆਂ ਉਹ ਦਿਨ ਬ ਦਿਨ ਜਿਹੜੀਆਂ ਉਹ ਕਰਦੇ ਸੀ, ਆਪਣੀਆਂ ਜਿਹੜੀਆਂ ਉਹ ਘਾੜਤਾਂ ਜਿਹੜੀਆਂ ਸੀ ਉਹ ਇੱਦਾਂ ਦੀਆਂ ਘਟਦੇ ਰਹਿੰਦੇ ਸੀ। ਉਹ ਇਸੇ ਕਰਕੇ ਜਿਹੜੇ ਪੰਜਾਬ ਦੇ ਲੋਕ ਜਿਹੜੇ ਮਿਹਨਤ ਕਰਨ ਵਾਲੇ ਲੋਕ ਸੀ, ਉਹਨਾਂ ਦੇ ਉੱਤੇ ਜ਼ੁਲਮ ਦਾ ਕਰਕੇ ਹੀ ਇਹ ਜਿਹੜੀ ਪੰਜਾਬ ਦੀ ਜਿਹੜੀ ਸੀ ਉਹ ਦਿੱਲੀ ਦਰਬਾਰ ਦੇ ਨਾਲ ਲੱਗਦੀ ਸੀ। ਇੱਕ ਐਮਰਜੈਂਸੀ ਦਾ ਦੌਰ ਵੀ ਆਇਆ ਸੀਗਾ, ਉਸ ਵੇਲੇ ਇੰਦਰਾ ਗਾਂਧੀ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਔਰ ਅੱਜ ਜੋ ਦੌਰ ਆਇਆ ਹੈ ਖੇਤੀ ਕਾਨੂੰਨਾਂ ਦਾ, ਉਸ ਨੂੰ ਵੀ ਐਮਰਜੈਂਸੀ ਤੋਂ ਘੱਟ ਨਹੀਂ ਕਿਹਾ ਜਾ ਸਕਦਾ, ਕਿਉਂਕਿ ਆਪਣੇ ਘਰਾਂ ਦੀ ਚਾਰ ਦੀਵਾਰੀ ਤੋਂ ਬਾਹਰ ਨਿਕਲ ਕੇ ਆਪਣੇ ਕੰਮਕਾਰ ਛੱਡ ਕੇ ਜਿਹੜੇ ਕਿਸਾਨ ਨੇ ਜਾਂ ਬਹੁਤ ਸਾਰੇ ਲੋਕ ਕਿਸਾਨੀ ਸੰਘਰਸ਼ ਦੇ ਵਿੱਚ ਜੁਟੇ ਹੋਏ ਨੇ, ਸੜਕਾਂ ਤੇ ਆਏ ਹੋਏ ਨੇ, ਆਪਣੇ ਹੱਕਾਂ ਦੀ ਮੰਗ ਕਰ ਰਹੇ ਨੇ। ਮੈਡਮ, ਇਹ ਜਿਹੜਾ ਸਵਾਲ ਆ ਇਹ ਇੱਕ ਆਮ ਵਰਗ ਦੀ ਰੋਟੀ ਦਾ ਵਾ। ਜਿਹੜੇ ਭਾਰਤ ਦੇਸ਼ ਦੀ ਰੋਟੀ ਦਾ ਸਵਾਲ ਆ, ਨਾ ਕਿ ਇਹ ਕੋਈ ਕਿਸਾਨਾਂ ਦਾ ਮਸਲਾ ਵਾ। ਅਸੀਂ ਤਾਂ ਜਿੱਥੋਂ ਤੱਕ ਸਮਝਦੇ ਆ ਕਿ ਇਹ ਜਿਹੜੀਆਂ ਹਾਕਮ ਜਿਹੜੀਆਂ ਧਿਰਾਂ ਵਾ ਸਾਡੀਆਂ,
ਇਹ ਕਾਰਪੋਰੇਟ ਘਰਾਣਿਆਂ ਨੂੰ, ਜਿਹੜੇ ਵੱਡੇ ਵਪਾਰੀ ਆ, ਉਹਨਾਂ ਨੂੰ ਇਹ ਜਿਹੜੇ ਭਾਰਤ ਦੇਸ਼ ਦੀ ਰੋਟੀ ਜਿਹੜੀ ਆ ਉਹਨਾਂ ਦੇ ਹੱਥ ਵੱਸ ਕਰਨਾ ਚਾਹੁੰਦੇ ਆ ਕਿ ਕੋਈ ਵੀ ਬੰਦਾ ਜਿਹੜਾ, ਕੋਈ ਵੀ ਇਨਸਾਨ ਜਿਹੜਾ ਇੱਥੋਂ ਭਾਰਤ ਦੇਸ਼ ਦਾ ਵਾਸੀ ਆ, ਉਹ ਜਿਹੜੀ ਰੋਟੀ ਖਾਂਦਾ ਵਾ, ਉਹ ਰੋਟੀ ਇਹਨਾਂ ਦੇ ਕੋਲ ਹੋਵੇ ਤੇ ਉਹ ਹਰ ਇੱਕ ਬੰਦੇ ਨੂੰ ਇਹ ਰੋਟੀ ਤੇ ਕਬਜ਼ਾ ਕਰਕੇ ਉਹਨੂੰ ਆਪਣਾ ਗੁਲਾਮ ਬਣਾਉਣਾ ਚਾਹੁੰਦੇ ਆ। ਪਰ ਬੀਜੇਪੀ ਸਰਕਾਰ ਦੇ ਆਗੂਆਂ ਦੇ ਨਾਲ ਜਦੋਂ ਗੱਲਬਾਤ ਕੀਤੀ ਜਾਂਦੀ ਹੈ, ਹਰਜੀਤ ਗਰੇਵਾਲ ਹੋ ਗਏ ਜਾਂ ਬਹੁਤ ਸਾਰੇ ਆਗੂਆਂ ਦੇ ਨਾਲ, ਜਦੋਂ ਮਦਨ ਮੋਹਨ ਮਿੱਤਲ ਜਿਹੜੇ ਨੇ, ਜਦੋਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹ ਇਹ ਕਹਿੰਦੇ ਨੇ ਕਿ ਕਿਸਾਨਾਂ ਨੂੰ ਸਮਝਾਉਣ ਦੀ ਅਸੀਂ ਕੋਸ਼ਿਸ਼ ਲਗਾਤਾਰ 8 ਮਹੀਨੇ ਤੋਂ ਕਰ ਰਹੇ ਹਾਂ, ਉਹਨਾਂ ਨੂੰ ਸਮਝ ਨਹੀਂ ਆ ਰਹੀ ਜਿਹੜੇ ਕਾਨੂੰਨ ਨੇ ਉਹਨਾਂ ਦੇ ਫਾਇਦੇ ਦੇ ਵਿੱਚ ਨੇ, ਜਿੱਥੇ ਉਹਨਾਂ ਨੂੰ ਕਮੀ ਲੱਗਦੀ ਹੈ, ਜਿੱਥੇ ਉਹਨਾਂ ਨੂੰ ਖਰਾਬੀ ਲੱਗਦੀ ਹੈ, ਉਹ ਸਾਨੂੰ ਦੱਸ ਸਕਦੇ ਨੇ, ਪਰ ਉਹ ਸਾਨੂੰ ਸਮਝਾ ਹੀ ਨਹੀਂ ਪਾ ਰਹੇ ਤੇ ਉਹ ਸਾਨੂੰ ਨਹੀਂ ਸਮਝ ਪਾ ਰਹੇ। ਮੈਡਮ ਵੇਖੋ ਜੀ, ਜ਼ਹਿਰ ਤੇ ਜ਼ਹਿਰ ਹੀ ਹੁੰਦਾ, ਉਹ ਭਾਵੇਂ 1 ਕਿਲੋ ਹੋਵੇ ਤੇ ਭਾਵੇਂ 5 ਗ੍ਰਾਮ ਜਾਂ 50 ਗ੍ਰਾਮ ਹੋਵੇ। ਉਹ ਜੇ ਕਾਲੇ ਕਾਨੂੰਨ ਜਦੋਂ ਉਹ ਕਹਿੰਦੇ ਆ ਕਿ ਇਹਦੇ ਵਿੱਚ ਜੋ ਹੈਗਾ ਵਾ ਸੋਧ ਅਸੀਂ ਕਰ ਦਿੰਨੇ ਆ, ਤੇ ਜੇ ਉਹਦੇ ਵਿੱਚ ਕੁਝ ਖਰਾਬੀ ਆ ਤੇ ਉਹ ਕਹਿੰਦੇ ਸੋਧ ਕਰ ਦਿੰਨੇ ਆ। ਜੇ ਉਹ ਸਹੀ ਹੋਣ, ਜੇ ਕਿਸਾਨਾਂ ਦੇ ਪੱਖ ਦੇ ਵਿੱਚ ਹੋਣ, ਲੋਕਾਂ ਦੇ ਪੱਖ ਦੇ ਵਿੱਚ ਹੋਣ, ਤੇ ਫਿਰ ਉਹਦੇ 'ਚ ਸੋਧ ਕੀਤੀ ਜਾਂਦੀ ਆ। ਜਦੋਂ ਉਹ ਲੋਕਾਂ ਦੇ ਪੱਖ ਦੇ ਵਿੱਚ ਹੀ ਨਹੀਂ ਆ, ਉਹ ਲੋਕਾਂ ਦੀ ਰੋਟੀ ਖੋਹਣ ਦੇ ਵਿੱਚ ਆ, ਤੇ ਫਿਰ ਉਹ ਕਾਨੂੰਨ ਤੇ ਕਾਲੇ ਆ, ਫਿਰ ਉਹ ਸਹੀ ਤੇ ਹੋ ਨਹੀਂ ਸਕਦੇ ਜੀ। ਇਹ ਜਿਹੜੀ ਬੀਜੇਪੀ ਸਰਕਾਰ ਜਾਂ ਹਰਜੀਤ ਗਰੇਵਾਲ ਹੋਣੀ ਆ, ਇਹ ਤੇ ਆਪਣੇ ਆਪ ਨੂੰ ਉੱਚਾ ਚੁੱਕਣ ਦਾ, ਆਪਣੇ ਅਹੁਦੇ ਲੈਣ ਦਾ ਕਰਕੇ, ਆਪਣੀਆਂ ਜਿਹੜੀਆਂ ਵਜ਼ੀਰੀਆਂ ਲੈਣ ਦਾ ਕਰਕੇ ਇਹ ਸਾਰਾ ਬੋਲ ਰਹੇ ਆ ਵੀ ਬੀਜੇਪੀ ਵੱਲੋਂ ਸਾਨੂੰ ਕੋਈ ਨਾ ਕੋਈ ਸ਼ਾਇਦ ਵਜ਼ੀਰੀ ਦੇ ਦੇ। ਇਸੇ ਕਰਕੇ ਹੋਰ ਇਹਨਾਂ ਦਾ ਕੋਈ ਮਤਲਬ ਨਹੀਂ, ਕੋਈ ਇਹ ਕਿਸਾਨੀ ਦੇ ਜਾਂ ਕੋਈ ਆਮ ਲੋਕਾਂ ਦੇ ਕੋਈ ਪੱਖ ਦੇ ਵਿੱਚ ਨਹੀਂ ਹੈ। ਹਰਜੀਤ ਗਰੇਵਾਲ ਕਹਿੰਦੇ ਨੇ ਕਿ ਕਿਸਾਨਾਂ ਦੇ ਕੁਝ ਚੈਨਲ ਨੇ ਜਿਨ੍ਹਾਂ ਨੇ ਮੇਰਾ ਬਹੁਤ ਜਲੂਸ ਕੱਢਿਆ, ਮੈਨੂੰ ਰੱਜ ਕੇ ਭੰਡਿਆ, ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਜਿਹੜੀ ਹੈ ਉਹ ਸਮਾਜ ਦੇ ਵਿੱਚ ਹੋ ਰਹੀ ਹੈ, ਮੈਂ ਉਹਨਾਂ ਤੇ ਕਾਰਵਾਈ ਵੀ ਕਰੂੰਗਾ ਕਿਉਂਕਿ ਕਿਸਾਨਾਂ ਦੇ ਸਮਰਥਨ ਦੇ ਲਈ ਜਿਹੜੀ ਬੀਜੇਪੀ ਆ ਹਰ ਵੇਲੇ ਕੰਮ ਕਰਦੀ ਰਹੀ ਆ, ਪਰ ਮੈਨੂੰ ਜਾਣਬੁੱਝ ਕੇ ਜਿਹੜਾ ਟਾਰਗੇਟ ਹੈ ਉਹ ਕੀਤਾ ਜਾ ਰਿਹਾ ਕਿਉਂਕਿ ਉਹਨਾਂ ਦਾ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਹੈ। ਹਾਲਾਂਕਿ ਸਾਰੇ ਲੀਡਰਾਂ ਦਾ ਹੋ ਰਿਹਾ, ਪਰ ਹਰਜੀਤ ਗਰੇਵਾਲ ਜ਼ਰੂਰ ਟਾਰਗੇਟ ਤੇ ਰਹੇ ਨੇ ਕਿਸਾਨਾਂ ਦੇ। ਵੇਖੋ ਜੀ, ਜਿਹੜਾ ਅੰਨਦਾਤਾ, ਜਿਹੜਾ ਰੋਟੀ ਪੈਦਾ ਕਰਕੇ ਲੋਕਾਂ ਨੂੰ ਖਵਾਉਣ ਵਾਲਾ ਵਾ, ਜਦੋਂ ਉਹਦੇ ਖਿਲਾਫ ਉਹਦੇ ਉਲਟ ਕੋਈ ਗੱਲਬਾਤ ਕਰਦਾ ਵਾ, ਉਹ ਕਿਸਾਨ ਨਹੀਂ, ਇੱਕ ਆਮ ਬੰਦਾ ਵੀ ਜਿਹੜਾ ਵਾ ਉਹ ਚੀਜ਼ ਦਾ ਵਿਰੋਧ ਕਰਦਾ ਵਾ ਜਿਹੜਾ ਕਿਸਾਨਾਂ ਦੀ ਪੈਦਾ ਕੀਤੀ ਹੋਈ ਰੋਟੀ ਖਾਂਦਾ ਵਾ। ਇੱਕ ਕਿਸਾਨ ਇਹੋ ਜਿਹਾ ਵਾ ਜਿਹਨੇ ਕਦੀ ਕੋਈ ਵਪਾਰਕ ਧੰਦਾ ਨਹੀਂ ਕੀਤਾ, ਆਪਣੀ ਫਸਲ ਨੂੰ ਕਦੀ ਵਪਾਰਕ ਨਹੀਂ ਸਮਝਿਆ। ਕਿਸਾਨ ਦੀ ਫਸਲ ਦਾ ਮੁੱਲ ਹਮੇਸ਼ਾ ਦੂਜਿਆਂ ਨੇ ਲਾਇਆ, ਸਰਕਾਰਾਂ ਨੇ ਲਾਇਆ, ਕਦੀ ਆਪਣੀ ਫਸਲ ਦਾ ਮੁੱਲ ਆਪ ਨਹੀਂ ਲਾਇਆ। ਕਿਉਂਕਿ ਇਹ ਕਰਕੇ ਕਿ ਇਹ ਜਿਹੜੀ ਰੋਟੀ ਆ, ਹਰ ਇੱਕ ਗਰੀਬ ਆਦਮੀ ਜਾਂ ਕੋਈ ਮਾੜੇ ਤੋਂ ਮਾੜਾ ਵੀ ਬੰਦਾ ਜਿਹੜਾ ਉਹ ਰੋਟੀ ਸੁੱਖ ਦੀ ਖਾ ਲੇ, ਤੇ ਆਪ ਕਿਸਾਨ ਜਿਹੜਾ ਉਹ ਭਾਵੇਂ ਕਰਜ਼ਾਈ ਹੋ ਜਾਏ, ਜੋ ਮਰਜ਼ੀ ਹੋਵੇ, ਪਰ ਉਹ ਲੋਕਾਂ ਨੂੰ, ਦੇਸ਼ ਨੂੰ ਪਾਲਣ ਵਾਸਤੇ ਉਹ ਰਾਤ ਦਿਨ ਮਿਹਨਤ ਕਰਦਾ ਵਾ, ਸੱਪਾਂ ਦੀਆਂ ਸਰੀਆਂ ਮਿੱਧਦਾ ਵਾ, ਦਵਾਈਆਂ ਚੜਦੀਆਂ ਵਾ, ਸੱਪ ਲੜਦੇ, ਉਹਨਾਂ ਨੂੰ ਬਿਜਲੀ ਲੱਗਦੀ, ਹਰ ਇੱਕ ਤਰੀਕਿਆਂ ਦੀਆਂ ਮੁਸ਼ਕਲਾਂ ਝੱਲ ਕੇ ਦੇਸ਼ ਦੇ ਲੋਕਾਂ ਨੂੰ ਰੋਟੀ ਖਵਾਉਂਦਾ ਵਾ। ਤੇ ਇਹ ਜਿਹੜੇ ਲੋਕ ਆ, ਇਹ ਜਿਹੜੇ ਬੈਠੇ ਆ, ਉਹ ਜਦੋਂ ਕਿਸਾਨਾਂ ਦੇ ਵਿਰੁੱਧ ਬੋਲਦੇ ਆ ਤੇ ਫਿਰ ਲੋਕਾਂ ਦਾ ਜਿਹੜਾ ਗੁੱਸਾ ਵਾ, ਥੱਲਿਓਂ ਲੋਕਾਂ ਦਾ ਗੁੱਸਾ ਫੁੱਟਦਾ ਇਹਨਾਂ ਵਾਸਤੇ। ਕਿਸਾਨਾਂ ਦਾ ਤੇ ਕੀ ਫੁੱਟਣਾ, ਲੋਕਾਂ ਦਾ ਗੁੱਸਾ ਇਹਨਾਂ ਦੇ ਵਿਰੁੱਧ ਫੁੱਟਦਾ ਵਾ। ਉਹ ਲੋਕ ਇਹਨਾਂ ਨੂੰ ਮਾੜਾ ਮੋਟਾ ਜਿਹੜਾ ਜੋ ਇਹਨਾਂ ਦਾ ਵਿਰੋਧ ਕਰਦੇ ਆ, ਉਹ ਲੋਕ ਕਰਦੇ ਆ ਜੀ। ਲਗਾਤਾਰ ਬੀਜੇਪੀ ਦਾ ਪੰਜਾਬ ਹਰਿਆਣਾ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਘਿਰਾਓ ਹੈ ਹੋ ਰਿਹਾ, ਨੌਬਤ ਕੱਪੜੇ ਫਾੜਨ ਤੱਕ ਆ ਗਈ ਹੈ। ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ, ਪਰ ਜਦੋਂ ਇਹਨਾਂ ਆਗੂਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਨਾ ਤਾਂ ਇਹ ਤੁਹਾਨੂੰ ਸਮਝ ਪਾ ਰਹੇ ਨੇ ਤੇ ਨਾ ਹੀ ਤੁਸੀਂ ਇਹਨਾਂ ਨੂੰ ਸਮਝ ਪਾ ਰਹੇ ਹੋ। ਇਹਨਾਂ ਆਗੂਆਂ, ਮਦਨ ਮੋਹਨ ਮਿੱਤਲ ਦਾ ਲੰਘੇ ਦਿਨੀ ਰੋਪੜ ਦੇ ਵਿੱਚ ਵਿਰੋਧ ਹੋਇਆ, ਉਹਨਾਂ ਦੇ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਆ ਤਾਂ ਉਹ ਕਹਿੰਦੇ ਨੇ ਕਿ ਇਹ ਤਾਂ ਲਾਲ ਝੰਡੀਆਂ ਵਾਲੇ ਕਾਮਰੇਡ ਨੇ ਜਿਨ੍ਹਾਂ ਨੂੰ ਪੱਛਮੀ ਬੰਗਾਲ 'ਚੋਂ ਅਸਫਲਤਾ ਮਿਲੀ ਆ, ਜਿਨ੍ਹਾਂ ਦੀ ਕੇਰਲਾ ਦੇ ਵਿੱਚ ਹੋਂਦ ਖਤਮ ਹੋ ਗਈ ਆ, ਉਹੀ ਸਾਡੀ ਸਰਕਾਰ, ਕਿਉਂਕਿ ਸਾਡੀ ਸਰਕਾਰ ਪੰਜਾਬ ਦੇ ਵਿੱਚ ਬਣਨ ਵਾਲੀ ਆ, ਇਸ ਦੇ ਲਈ ਡਰ ਦੇ ਖੁਣੋਂ ਸਾਡਾ ਜਿਹੜਾ ਵਿਰੋਧ ਆ ਉਹ ਕਰ ਰਹੇ ਨੇ। ਉਹ ਨਹੀਂ ਸਮਝ ਪਾ ਰਹੇ ਕਿ ਸਾਡਾ ਵਿਰੋਧ ਕਿਸ ਚੀਜ਼ ਲਈ ਕੀਤਾ ਜਾ ਰਿਹਾ। ਮੈਡਮ, ਇਹ ਜਿਹੜੇ ਲੋਕ ਦਿੱਲੀ ਦੀ ਧਰਤੀ ਤੇ ਬੈਠੇ ਆ, ਇਹ ਕਿਸੇ ਕੋਈ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਨਹੀਂ ਆ। ਇਹ ਆਮ ਕਿਸਾਨ ਆ। ਅਸੀਂ ਸਾਰੇ ਜਿਹੜੇ ਆ ਉਹ ਕਿਰਤ ਕਰਨ ਵਾਲੇ ਲੋਕ ਆ ਤੇ ਕਿਰਤ ਕਰਦੇ ਆ ਤੇ ਦੂਜਿਆਂ ਨੂੰ ਇਹ ਵੱਖ-ਵੱਖ ਭੰਡੀਆਂ ਜਿਹੜੀਆਂ ਇਹਨਾਂ ਨੇ ਕੀਤੀਆਂ ਕਿਸਾਨਾਂ ਦੀਆਂ, ਇੱਥੋਂ ਤੱਕ ਮਾਓਵਾਦੀ, ਅੱਤਵਾਦੀ, ਦੂਜਾ ਆਪਣਾ ਕੁੱਲ ਜੋ ਮਾੜੇ ਤੋਂ ਮਾੜਾ ਸ਼ਬਦ ਇਹਨਾਂ ਨੇ ਕਿਸਾਨਾਂ ਨੂੰ ਵਰਤਿਆ, ਜਿਹੜੇ ਕਿ ਹਮੇਸ਼ਾ ਹੀ ਪਿੱਛੇ ਤੌਰ ਦੇ ਉੱਤੇ ਵੀ ਲੋਕ ਜਿਹੜੇ ਸੀ ਉਹ ਇਹਨਾਂ ਨੂੰ ਅੰਨਦਾਤੇ, ਇਹਨਾਂ ਨੂੰ ਲੋਕਾਂ ਦਾ ਢਿੱਡ ਭਰਨ ਵਾਲੇ ਕਹਿੰਦੇ, ਆਪ ਭੁੱਖੇ ਸੌਂ ਜਾਂਦੇ ਪਰ ਲੋਕਾਂ ਦਾ ਢਿੱਡ ਭਰਨ ਦੀ ਕੋਸ਼ਿਸ਼ ਕਰਦੇ। ਭਾਰਤ ਦੇਸ਼ ਨੂੰ ਅੰਨ ਦੇ ਉੱਤੇ ਨਿਰਭਰ ਕਰ ਦਿੱਤਾ ਉਹਨਾਂ ਨੇ। ਜਿਹੜਾ ਦੇਸ਼ ਅੱਜ 1970 ਤੋਂ ਪਹਿਲਾਂ ਇਹ ਮੰਗ ਕੇ ਖਾਂਦਾ ਸੀ, ਵਿਦੇਸ਼ਾਂ ਦੇ ਉੱਤੋਂ ਮੰਗ ਕੇ ਲਿਆਉਂਦਾ ਸੀ, ਅੱਜ ਉਹ ਦੇਸ਼ ਜਿਹੜਾ ਵਾ ਉਹਦੇ ਅੰਨ ਭੰਡਾਰ ਭਰੇ ਆ। ਇਹ ਇਹਨਾਂ ਜਿਹੜੇ ਭਾਰਤ ਦੇ ਕਿਸਾਨਾਂ ਦੀ ਮਿਹਨਤ ਦਾ ਸਦਕਾ ਜਿਹੜੇ ਆ ਅੰਨ ਭੰਡਾਰ ਭਰੇ ਆ। ਇਹ ਜਿਹੜੇ ਆਪਣੇ ਆਪ ਨੂੰ ਜਿਹੜੇ ਆਗੂ ਕਹਿੰਦੇ ਆ, ਇਹ ਜਿਹੜੇ ਜੋ ਮਰਜ਼ੀ ਕਹਿ ਲੈਣ, ਪਰ ਜਿਹੜਾ ਦੇਸ਼ ਦਾ ਕਿਸਾਨ ਆ ਉਹ ਹਮੇਸ਼ਾ ਹੀ ਇਹਨਾਂ ਦੀ ਅੱਖ ਦੇ ਵਿੱਚ ਰੜਕਦਾ ਵਾ। ਤੇ ਇਹ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਇਹਨਾਂ ਦਾ ਜਿਹੜਾ ਧੰਦਾ ਦੇਣ ਦੀ ਕੋਸ਼ਿਸ਼ ਕਰ ਰਹੇ ਆ, ਉਹਦਾ ਕਰਕੇ ਜਿਹੜੇ ਆ ਵੀ ਉਹ ਜਿਹੜੇ ਵਪਾਰੀ ਵਰਗ ਆ ਉਹ ਖੇਤੀ ਤੇ ਕਬਜ਼ਾ ਕਰੇ, ਜਿਹੜਾ ਪੱਕਾ ਮਾਲ ਵੇਚਦੇ ਉਹ ਕੱਚੇ ਮਾਲ ਦੇ ਉੱਤੇ ਕਬਜ਼ਾ ਕਰਨ ਦਾ ਕਰਕੇ ਉਹ ਜਿਹੜੇ ਉਹਨਾਂ ਦੀ ਬੋਲੀ ਹੈ ਜਿਹੜੇ ਬੋਲ ਰਹੇ ਆ ਜੀ।
ਕੀ ਨੁਕਸਾਨ ਲੱਗਦਾ ਹੈ ਤੁਹਾਨੂੰ ਜੇ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਖੇਤੀ ਆਉਂਦੀ ਆ ਤਾਂ ਕੀ ਵੱਡਾ ਨੁਕਸਾਨ ਜਿਹੜਾ ਹੈ ਖੇਤੀ ਸੈਕਟਰ ਨੂੰ ਖਾਸ ਤੌਰ ਤੇ ਪੰਜਾਬ ਦੇ ਕਿਸਾਨਾਂ ਨੂੰ ਹੋ ਸਕਦਾ ਹੈ? ਮੈਡਮ, ਪੰਜਾਬ ਦੇ ਕਿਸਾਨਾਂ ਨੂੰ ਤੇ ਨੁਕਸਾਨ ਹੋਏਗਾ ਹੀ ਹੋਊਗਾ, ਕਿਉਂਕਿ ਉਹ ਜ਼ਮੀਨਾਂ ਦੇ ਉੱਤੋਂ ਬਾਹਰ ਹੋਣਗੇ। ਉਹ ਜ਼ਮੀਨਾਂ ਦੇ ਉੱਤੋਂ ਬਾਹਰ ਹੋਣ ਦੇ ਨਾਲ ਜਿਹੜੇ ਮੈਂ ਅੱਗੇ ਵੀ ਗੱਲ ਕਰ ਚੁੱਕਾ ਕਿ ਲੋਕਾਂ ਦੀ ਰੋਟੀ ਦੇ ਉੱਤੇ ਇਹ ਲੋਕ ਕਾਰਪੋਰੇਟ ਘਰਾਣੇ ਲੋਕਾਂ ਦੀ ਰੋਟੀ ਦੇ ਉੱਤੇ ਕਬਜ਼ਾ ਕਰ ਲੈਣਗੇ। ਕਿਉਂਕਿ ਜਦੋਂ ਲੋਕਾਂ ਦੀ ਰੋਟੀ ਤੇ ਕਬਜ਼ਾ, ਲੋਕਾਂ ਨੂੰ ਰੋਟੀ ਖਾਣੀ ਜਿਹੜੀ ਆ ਉਹ ਉਹਨਾਂ ਦੀ ਪਹੁੰਚ ਤੋਂ ਬਾਹਰ ਹੋ ਜੂਗੀ। ਤੇ ਜਿਹੜਾ ਉਹ ਗੁਲਾਮੀ ਦਾ ਦੌਰ ਜਿਹੜੀ ਗੁਲਾਮੀ ਆਪਾਂ ਇੱਥੋਂ ਕੱਢੀ ਆ 1947 ਦੇ ਵਿੱਚ ਸਾਡੇ ਦੇਸ਼ ਦੇ ਲੋਕਾਂ ਨੇ ਉਹਨੂੰ ਗੋਰਿਆਂ ਨੂੰ ਕੱਢਿਆ ਵਾ, ਉਹ ਗੁਲਾਮੀ ਦੇ ਉੱਤੇ ਰਾਹ ਦੇ ਉੱਤੇ ਸਾਨੂੰ ਇਹ ਪਾਉਣ ਦਾ ਕਰਕੇ ਜਿਹੜਾ ਹੈ ਇਹ ਲਗਾਤਾਰ ਉਸੇ ਤਰੀਕੇ ਦੀਆਂ ਚਾਲਾਂ ਚੱਲ ਰਿਹਾ ਹੈ ਜੀ। ਕਦੇ ਲੱਗਦਾ ਨਹੀਂ ਹੈਗਾ ਕਿਉਂ ਜਦੋਂ ਪੱਛਮੀ ਮੁਲਕਾਂ ਦੇ ਵੱਲ, ਕਿਉਂਕਿ ਸਾਡੀ ਨੌਜਵਾਨੀ ਵੀ ਵਧੇਰੇ ਜਿਹੜੀ ਆ ਪੱਛਮੀ ਮੁਲਕਾਂ ਦੇ ਵਿੱਚ ਜਾ ਰਹੀ ਆ, ਉੱਥੇ ਜਾ ਕੇ ਆਪਣਾ ਭਵਿੱਖ ਤਲਾਸ਼ ਰਹੀ ਆ, ਰੁਜ਼ਗਾਰ ਤਲਾਸ਼ ਰਹੀ ਆ, ਕਦੇ ਲੱਗਦਾ ਨਹੀਂ ਹੈਗਾ ਕਿ ਜੇ ਅੰਗਰੇਜ਼ ਪੰਜਾਬ ਦੇ ਵਿੱਚ ਰਹਿ ਜਾਂਦੇ ਤਾਂ ਸ਼ਾਇਦ ਪੰਜਾਬ ਦਾ ਜਾਂ ਦੇਸ਼ ਦਾ ਵਿਕਾਸ ਹੋ ਜਾਂਦਾ, ਕਿਉਂਕਿ ਸਾਡੀਆਂ ਆਪਣੀਆਂ ਸਰਕਾਰਾਂ ਨੇ ਸਾਨੂੰ ਲੁੱਟਿਆ? ਮੈਡਮ, ਇਸ ਗੱਲ ਦਾ ਜੇ ਖਦਸ਼ਾ ਗਿਣਿਆ ਜਾਵੇ ਤੇ ਕਈ ਵਾਰੀ ਭਰੇ ਮਨ ਦੇ ਨਾਲ ਸਾਨੂੰ ਇਹ ਗੱਲ ਕਹਿਣੀ ਪੈਂਦੀ ਆ ਕਿ ਇਹਨਾਂ ਨਾਲੋਂ ਅੰਗਰੇਜ਼ ਚੰਗੇ ਸੀ। ਪਰ ਜਿਹੜੇ ਗਦਰੀ ਯੋਧੇ ਸੀ ਸਾਡੇ ਭਗਤ ਸਿੰਘ ਹੋਣੀ, ਉਹਨਾਂ ਦੀ ਸੋਚ ਹੀ ਕਿ ਬੰਦੇ ਦੇ ਹੱਥੋਂ ਬੰਦੇ ਦੀ ਲੁੱਟ ਨਾ ਹੋਵੇ ਤੇ ਹਰ ਇੱਕ ਦੇਸ਼ ਦਾ ਨਾਗਰਿਕ ਜਿਹੜਾ ਉਹ ਢਿੱਡ ਭਰ ਕੇ ਰੋਟੀ ਖਾਵੇ ਤੇ ਉਹਦੇ ਰਹਿਣ ਵਾਸਤੇ ਛੱਤ ਹੋਵੇ ਤੇ ਉਹ ਆਪਣੀ ਆਜ਼ਾਦੀ ਦੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ ਉਹ ਜੀਵੇ। ਪਰ ਜਿਹੜੇ ਇਹ ਦੇਸ਼ ਦੇ ਹਾਕਮ ਸਾਡੇ ਜਿਹੜੇ ਆ ਜਾਂ ਜਿਹੜੇ ਸਾਡੇ ਬੱਚੇ ਪੱਛਮੀ ਦੇਸ਼ਾਂ ਨੂੰ ਜਾ ਰਹੇ ਆ, ਉਹ ਇਹਨਾਂ ਦਾ ਭਵਿੱਖ ਜਿਹੜਾ ਇੱਥੇ ਇਸ ਟਾਈਮ ਦੇ ਉੱਤੇ ਧੁੰਦਲਾ ਹੋ ਰਿਹਾ। ਖੇਤੀ ਡੁੱਬ ਰਹੀ ਆ, ਨੌਕਰੀ ਕੋਈ ਨਹੀਂ ਹੈਗੀ। ਲਗਾਤਾਰ ਜਿਹੜੇ ਲੋਕ ਬੇਰੁਜ਼ਗਾਰ ਸਾਡੇ ਜਿਹੜੇ PhD ਤੱਕ ਦੀਆਂ ਡਿਗਰੀਆਂ ਕਰਕੇ ਜਿਹੜੇ ਉਹ ਸੜਕਾਂ ਦੇ ਉੱਤੇ ਧੱਕੇ ਖਾ ਰਹੇ ਆ, ਉਹਦਾ ਕਰਕੇ ਉਹ ਸਾਰਾ ਜਿਹੜਾ ਉਹਨਾਂ ਨੂੰ ਇੱਕੋ ਇੱਕ ਜਿਹੜੀ ਕਿਰਦੇ ਆ ਵੀ ਅਸੀਂ ਬਾਹਰ ਜਾ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀ ਰੋਜੀ ਰੋਟੀ ਦਾ ਜਿਹੜਾ ਉਹ ਪ੍ਰਬੰਧ ਕਰ ਦਈਏ। ਇਹ ਦੇਸ਼ ਦੇ ਜਿਹੜੇ ਲੋਕਾਂ ਨੇ, ਅਸੀਂ ਤਾਂ ਇੱਥੋਂ ਤੱਕ ਕਵਾਂਗੇ ਵੀ ਇੱਥੋਂ ਗਏ ਨਹੀਂ ਆ ਗੋਰੇ ਜਿਹੜੇ ਆ, ਇੱਥੇ ਕਾਲਿਆਂ ਦਾ ਜਿਹੜਾ ਕਾਲੇ ਅੰਗਰੇਜ਼ਾਂ ਦਾ ਰਾਜ ਜਿਹੜਾ ਉਹ ਭਾਰਤ ਦੇਸ਼ ਦੇ ਉੱਤੇ ਹੋ ਗਿਆ ਵਾ ਤੇ ਉਹ ਕਾਲੇ ਅੰਗਰੇਜ਼ ਉਹ ਰਾਜ ਕਰ ਰਹੇ ਆ। ਤਾਂ ਸਾਡੀ ਜਿਹੜੀ ਜਵਾਨੀ ਆ ਉਹ ਅੱਜ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੀ ਹੈ। ਆਏ 6 ਮਹੀਨੇ ਬਾਅਦ ਜਿਹੜੀ ਫਸਲ ਆ ਜਦੋਂ ਪੱਕਦੀ ਆ ਤਾਂ ਮੰਡੀ ਦੇ ਵਿੱਚ ਜਿਹੜੀ ਆ ਸੁੱਟੀ ਜਾਂਦੀ ਆ ਵੇਚਣ ਦੇ ਲਈ, ਔਰ ਇਸ ਵਾਰ ਕੀ ਫਰਕ ਵੇਖਣ ਨੂੰ ਮਿਲਿਆ? ਹਾਲਾਂਕਿ ਸਭ ਨੂੰ ਪਤਾ ਹੈ ਕਿ ਕਿਸਾਨ ਕਿਸ ਤਰੀਕੇ ਦੇ ਨਾਲ ਮੰਡੀਆਂ ਦੇ ਵਿੱਚ ਜਦੋਂ ਫਸਲ ਸੁੱਟਦਾ ਹੈ ਤਾਂ ਕਿਸ ਤਰੀਕੇ ਦੇ ਨਾਲ ਜਿਹੜਾ ਨਿਰਵਾਹ ਉਸਦਾ ਉਹਨਾਂ ਦਿਨਾਂ ਦੇ ਦਰਮਿਆਨ ਹੁੰਦਾ ਹੈ, ਪਰ ਇਸ ਵਾਰ ਜੋ ਕਣਕ ਦੀ ਫਸਲ ਮੰਡੀ ਦੇ ਵਿੱਚ ਸੁੱਟੀ ਗਈ ਆ, ਕੀ ਪ੍ਰਭਾਵ ਵੇਖਣ ਨੂੰ ਮਿਲਿਆ? ਕੀ ਖੇਤੀ ਕਾਨੂੰਨਾਂ ਦਾ ਕੁਝ ਪ੍ਰਭਾਵ ਵੇਖਣ ਨੂੰ ਮਿਲਿਆ ਜਾਂ ਹਾਲਾਤ ਪਹਿਲਾਂ ਵਰਗੀ ਸੀ ਜਾਂ ਬਦ ਤੋਂ ਬੱਤਰ ਸੀ? ਮੈਡਮ, ਦਿਨੋਂ ਦਿਨ ਜਿਹੜੇ ਹਾਲਾਤ ਜਿਹੜੇ ਆ ਉਹ ਬਦ ਤੋਂ ਬਦਤਰ ਵਾਲੇ ਬੰਨੇ ਨੂੰ ਤੁਰ ਰਹੇ ਆ। ਇਹ ਜਿਹੜੇ ਕਾਨੂੰਨ ਆ ਇਹਨਾਂ ਨੇ ਲਾਗੂ ਕਰਨ ਦਾ ਕਰਕੇ ਸ਼ਾਇਦ ਕਿਸਾਨਾਂ ਨੂੰ ਕੋਈ ਨਾ ਕੋਈ ਲਾਲਚ ਦੇਣਗੇ ਕਿ ਕਿਸਾਨ ਜਿਹੜੇ ਆ ਉਹ ਮੰਡੀ ਦੇ ਨਾਲੋਂ ਟੁੱਟਣ। ਜੇ ਕਿਸਾਨ ਮੰਡੀ ਨਾਲੋਂ ਟੁੱਟਦਾ ਵਾ ਤੇ ਜਦੋਂ ਕਿਸਾਨ ਮੰਡੀ ਨਾਲੋਂ ਟੁੱਟੂਗਾ ਤੇ ਉਹ ਮਤਲਬ ਕਿ ਪ੍ਰਾਈਵੇਟ ਨੂੰ ਲਾਲਚ ਦੇ ਕੇ ਵੱਧ ਦੇਣਗੇ, ਵੱਧ ਦੇ ਕੇ ਉਹਨੂੰ ਮੰਡੀ ਨਾਲੋਂ ਤੋੜ ਕੇ ਆਪਣੇ ਵੱਲੇ ਖਿੱਚਣਗੇ ਤੇ ਜਿੱਦਣ ਕਿਸਾਨ ਮੰਡੀ ਨਾਲੋਂ ਟੁੱਟ ਗਿਆ ਤੇ ਮੰਡੀ ਟੁੱਟ ਗਈ, ਉਸ ਦਿਨ ਇਹ ਲੋਕ ਆਪਣੀ ਮਨਮਰਜ਼ੀ ਕਰਨਗੇ। ਕਿਉਂਕਿ ਅਸੀਂ ਚਾਹੁੰਦੇ ਆ ਕਿ ਜਿਹੜਾ ਸਰਕਾਰੀ ਤੰਤਰ ਆ, ਜਿਹੜੀ MSP ਗਰੰਟਡ ਕਾਨੂੰਨ ਜਿਹੜਾ ਉਹ ਸਾਨੂੰ ਚਾਹੀਦਾ ਵਾ ਕਿ ਉਹ ਸਾਡੀ MSP ਦੀ ਗਰੰਟੀ ਹੋਵੇ, ਸਾਨੂੰ ਸਾਡੇ ਭਾਅ ਦੀ ਗਰੰਟੀ ਹੋਵੇ। ਕਹਿੰਦੇ ਕਿ ਗਾਰੰਟੀ MSP ਦੀ ਹੈ, MSP ਹੈ ਸੀ ਤੇ ਰਹੇਗੀ। ਮੈਡਮ, ਉਹ ਜਿਹੜੀ ਗੱਲ ਕਹਿੰਦੇ ਨਾ ਵੀ ਗਰੰਟੀ ਰਹੇਗੀ, ਅਸੀਂ ਕਹਿੰਦੇ ਵੀ ਜੇ ਉਹ ਕਹਿੰਦੇ ਰਹੇਗੀ ਤੇ ਫਿਰ ਜੇ ਇਹਨਾਂ 3 ਕਾਲੇ ਕਾਨੂੰਨ ਬਣਾਏ ਤੇ ਫਿਰ MSP ਦੀ ਗਰੰਟੀ ਦਾ ਕਾਨੂੰਨ ਬਣਾ ਦੇਣ ਕਿ MSP ਤੋਂ ਘੱਟ ਕੋਈ ਖਰੀਦੂਗਾ ਨਾ, ਜੇ ਖਰੀਦੂਗਾ ਤੇ ਉਹਨੂੰ ਵੀ ਉਹ ਕਾਨੂੰਨਾਂ ਮੁਤਾਬਕ ਉਹਨੂੰ ਸਜ਼ਾ ਹੋਊਗੀ। ਫਿਰ ਉਹ ਕਾਨੂੰਨ ਕਿਉਂ ਨਹੀਂ ਬਣਾਉਂਦੇ? ਜੇ ਉਹ MSP ਰੱਖਣੀ ਚਾਹੁੰਦੇ ਆ ਤੇ ਫਿਰ 24 ਫਸਲਾਂ ਦਾ ਜਿਹੜਾ ਅੱਗੇ MSP ਜਿਨ੍ਹਾਂ ਤੇ ਚੱਲਦੀ ਆ ਉਹਨਾਂ ਦੇ ਉੱਤੇ MSP ਕਿਉਂ ਨਹੀਂ ਮਿਲ ਰਹੀ? ਅੱਜ ਪੰਜਾਬ ਦੇ ਵਿੱਚ ਜਿਹੜੀ ਮੱਕੀ ਦੀ ਫਸਲ ਆ ਉਹ ਚੱਲ ਰਹੀ ਆ ਤੇ ਮੱਕੀ ਦੀ ਫਸਲ ਜਿਹੜੀ 1200-1300 ਰੁਪਏ ਨੂੰ ਵਿਕ ਰਹੀ ਹੈ, ਉਹਦਾ ਜਿਹੜਾ ਭਾਅ 1900 ਦੇ ਕਰੀਬ ਆ, ਉਹ ਫਿਰ MSP ਗਰੰਟਡ ਜਿਹੜਾ ਉਹ ਕਿੱਥੋਂ ਹੋਇਆ? ਇਹ ਸਾਰਾ ਕੁਝ ਝੂਠ ਦਾ ਪਲਦਾ ਵਾ। ਬਹੁਤ ਬਹੁਤ ਸ਼ੁਕਰੀਆ। ਸੋ ਕਿਸਾਨੀ ਸੰਘਰਸ਼ ਦੀਆਂ ਤਸਵੀਰਾਂ ਤੁਹਾਨੂੰ ਵਿਖਾਈਆਂ ਨੇ, ਅਲੱਗ-ਅਲੱਗ ਵਿਚਾਰਧਾਰਾਵਾਂ ਤੁਸੀਂ ਸੁਣੀਆਂ ਨੇ, ਪਰ ਜੋ ਵੀ ਵਿਚਾਰ ਕਿਸਾਨਾਂ ਦੇ ਨਿਕਲ ਕੇ ਸਾਹਮਣੇ ਆਏ ਨੇ ਉਸ ਤੋਂ ਇੱਕ ਜਾਗਰੂਕਤਾ ਜਿਹੜੀ ਆ ਜ਼ਰੂਰ ਸਾਹਮਣੇ ਆਈ ਆ, ਕਿਉਂਕਿ ਆਪਣੇ ਹੱਕਾਂ ਨੂੰ ਲੈ ਕੇ ਜ਼ਰੂਰ ਜਿਹੜੀ ਅਵੇਅਰਨੈਸ ਆ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿੱਚ ਵੱਲੋਂ ਜਿਹੜੀ ਪੈਦਾ ਕੀਤੀ ਗਈ ਆ ਕਿਸਾਨਾਂ ਦੇ ਵਿੱਚ, ਉਹ ਜ਼ਰੂਰ ਉਸ ਦੇ ਰਾਹੀਂ ਗੱਲਾਂ ਦੇ ਰਾਹੀਂ ਨਿਕਲ ਕੇ ਸਾਹਮਣੇ ਆਈ ਆ। ਔਰ ਮੰਗ ਜ਼ਰੂਰ ਇੱਕੋ ਹੀ ਵਾਰ-ਵਾਰ ਬਰਕਰਾਰ ਆ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਜਿਹੜਾ ਮੁਹਾੜ ਹੈ ਪਿੰਡਾਂ ਦੇ ਵੱਲ
ਪੰਜਾਬ ਦੇ ਵੱਲ ਜਾਂ ਹਰਿਆਣਾ ਦੇ ਵੱਲ ਨਹੀਂ ਮੋੜਿਆ ਜਾਏਗਾ। ਹਾਲਾਂਕਿ ਇਹ ਹਵਾਲੇ ਦਿੱਤੇ ਜਾਂਦੇ ਨੇ ਕਿ ਕਿਸਾਨ ਭੋਲਾ ਭਾਲਾ ਹੈ, ਪਿੰਡਾਂ ਦੇ ਵਿੱਚ ਰਹਿਣ ਵਾਲਾ ਹੈ, ਅਰਥ ਵਿਵਸਥਾ ਦੇ ਬਾਰੇ ਬਹੁਤ ਜ਼ਿਆਦਾ ਨਹੀਂ ਜਾਣਦਾ, ਪਰ ਜਿਸ ਤਰੀਕੇ ਦੀਆਂ ਦਲੀਲਾਂ ਕਿਸਾਨਾਂ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਸ ਦੇ ਅੱਗੇ ਸਰਕਾਰ ਦੇ ਆਗੂ ਜਿਹੜੇ ਨੇ ਜ਼ਰੂਰ ਚੁੱਪ ਹੋ ਜਾਂਦੇ ਨੇ, ਕਿਉਂਕਿ ਕਈ ਵਾਰ ਇਹਨਾਂ ਦਲੀਲਾਂ ਦਾ ਜਵਾਬ ਦੇਣਾ ਉਹਨਾਂ ਦੇ ਲਈ ਔਖਾ ਹੋ ਜਾਂਦਾ ਹੈ। ਔਰ ਉਮੀਦ ਕਰਦੇ ਹਾਂ ਕਿ ਜਲਦੀ ਇਸ ਮਸਲੇ ਦਾ ਜਿਹੜਾ ਹੱਲ ਹੈ ਉਹ ਹੋਵੇ। ਤੁਸੀਂ ਬਣੇ ਰਹੋ, ਵੇਖਦੇ ਰਹੋ ਪੰਜਾਬ ਸਟਾਰ ਟੀਵੀ। ਧੰਨਵਾਦ।